हेलो दोस्तों, स्वागत है तुहाडा एक बार फिर तुहाडे अपने यूट्यूब चैनल अचीवमेंट पॉइंट ते। सो हुणे जो एक नवी जानकारी जिहड़ी साडे सामने आई है PSSB दी साइट ते लीगल क्लर्क दी जिहड़ी पोस्टां ने ਉਹ ਨੋਟੀਫਿਕੇਸ਼ਨ ਜਿਹੜਾ ਉਹ ਅਪਲੋਡ ਕਰ ਦਿੱਤਾ ਗਿਆ। ਹੁਣੇ ਉਹ ਨੋਟੀਫਿਕੇਸ਼ਨ ਜਿਹੜਾ ਉਹ PSSB ਦੀ ਸਾਈਟ 'ਤੇ ਦੇਖਣ ਨੂੰ ਮਿਲਿਆ ਅਤੇ ਉਹਦੀਆਂ ਵੀ ਜੋ ਵੈਕੈਂਸੀਜ਼ ਨੇ ਉਹਨੂੰ ਅੱਜ ਅਸੀਂ ਹੁਣੇ ਹੀ ਜੋ ਸਭ ਤੋਂ ਵੱਡੀ ਖੁਸ਼ਖਬਰੀ ਦੀ ਗੱਲ ਹੈ ਕਿ ਇੱਕ ਵਾਰ ਫਿਰ ਵਧਾਈਆਂ ਕਿ ਤੁਹਾਡੇ ਵਾਸਤੇ ਨਵੀਆਂ ਪੋਸਟਾਂ ਜਿਹੜੀਆਂ ਪੰਜਾਬ ਗੌਰਮੈਂਟ ਜਿਹੜੀ ਉਹ ਅਪਲੋਡ ਕਰ ਰਹੀ ਹੈ। ਸੋ ਆਓ ਡਿਸਕਸ ਕਰਦੇ ਹਾਂ ਕਿ ਇਹ PSSB ਦੀ ਸਾਈਟ 'ਤੇ ਹੁਣੇ ਜਿਹੜੀਆਂ ਇਹ ਲੀਗਲ ਕਲਰਕ ਦੀਆਂ ਜਿਹੜੀਆਂ ਪੋਸਟਾਂ ਨੇ ਉਹ ਹੁਣੇ ਅਪਲੋਡ ਕੀਤੀਆਂ ਗਈਆਂ ਨੇ। ਸੋ ਇਹਨਾਂ ਦੀ ਜਿਹੜੀ ਪ੍ਰਕਾਸ਼ਿਤ ਹੋਣ ਦੀ ਜਿਹੜੀ ਮਿਤੀ ਹੈ ਉਹ ਅਖਬਾਰਾਂ 6/5 ਨੂੰ ਸਾਨੂੰ ਪਤਾ ਹੈ ਵੀ ਨੋਟਿਸ ਕੱਢਿਆ ਗਿਆ ਸੀਗਾ ਔਰ 15/5 ਨੂੰ ਜਿਹੜੀ ਅਪਲਾਈ ਕਰਨ ਦੀ ਮਿਤੀ ਜਿਹੜੀ ਉਹ ਕੱਲ੍ਹ ਅਪਲੋਡ ਹੋ ਗਿਆ ਸੀ, ਪਰ ਕਿਸੇ ਕਾਰਨ ਕਰਕੇ ਜੋ ਟੈਕਨੀਕਲ ਦਿੱਕਤਾਂ ਹੋ ਜਾਂਦੀਆਂ ਨੇ ਉਹ ਸਾਈਟ 'ਤੇ ਸਾਨੂੰ ਨੋਟੀਫਿਕੇਸ਼ਨ ਦੇਖਣ ਨੂੰ ਹੁਣੇ ਮਿਲਿਆ। ਅਤੇ ਜਿਹੜੀ ਆਨਲਾਈਨ ਜਿਹੜੀ ਆਪਾਂ ਜੋ ਆਨਲਾਈਨ ਸਬਮਿਟ ਕਰਨੀ ਹੈ ਜਾਂ ਫੋਰਮ ਭਰਨਾ ਹੈ ਉਹ ਸਾਡਾ ਕੱਲ੍ਹ ਤੋਂ ਹੀ ਜਾਂ ਅੱਜ ਤੋਂ ਕਹੋ ਵੀ ਸਾਡੇ ਵਾਸਤੇ ਅੱਜ ਤੋਂ ਸ਼ੁਰੂ ਹੋ ਚੁੱਕਿਆ। ਅਤੇ ਜੋ ਲਾਸਟ ਡੇਟ ਰਹੇਗੀ ਇਹਦੀ ਇਹ 15 ਜੂਨ ਤੱਕ ਜੋ ਫਾਰਮ ਭਰਿਆ ਜਾ ਸਕੇਗਾ। ਅਤੇ ਫੀਸ ਭਰਨ ਦੀ ਕੁਛ ਵੱਖਰੀ ਡੇਟ ਦੱਸੀ ਗਈ ਹੈ ਕਿ 18 ਤਰੀਕ ਤੱਕ ਤੁਸੀਂ ਫੀਸ ਭਰ ਸਕਦੇ ਹੋ। ਸੋ ਆਓ ਗੱਲ ਕਰਦੇ ਹਾਂ ਕਿ ਕੀ ਗੱਲਾਂ ਇਹਦੇ 'ਚ ਜੋ ਮੰਗਿਆ ਗਿਆ ਜਾਂ 200 ਜਿਵੇਂ ਅਸੀਂ ਦੇਖ ਰਹੇ ਹਾਂ ਗਰੁੱਪ C ਦੀਆਂ ਵੈਕੈਂਸੀਜ਼ ਨੇ ਔਰ 283 ਵੈਕੈਂਸੀਜ਼ ਜਿਹੜੀਆਂ ਨੇ ਉਹ ਸਾਨੂੰ ਵੇਖਣ ਨੂੰ ਮਿਲ ਰਹੀਆਂ ਨੇ। ਦੇਖੋ 283 ਵੈਕੈਂਸੀਜ਼ ਜੋ ਅਸੀਂ ਦੇਖ ਰਹੇ ਹਾਂ 283 ਵੈਕੈਂਸੀ ਜਿਹੜੀਆਂ ਨੇ ਉਹ ਸਾਨੂੰ ਵੇਖਣ ਨੂੰ ਮਿਲ ਰਹੀਆਂ ਨੇ। ਸੋ ਉਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ ਵੀ ਇਸ ਜੋ ਮੇਨ ਵੱਡੀ ਗੱਲ ਵੇਖਣ ਵਾਲੀ ਹੈ ਕਿ 15 ਜੂਨ ਸ਼ਾਮ 5 ਵਜੇ ਤੱਕ ਇਹ ਤੁਹਾਨੂੰ ਭਰਨੀ ਪਏਗੀ। ਉਸ ਤੋਂ ਬਾਅਦ ਤੁਹਾਡੀ ਜਿਹੜੀ ਉਹ ਐਪਲੀਕੇਸ਼ਨ ਜੋ ਸਬਮਿਟ ਨਹੀਂ ਹੋ ਸਕੇਗੀ। ਸੋ ਜਿਹੜੀ ਸਾਰਾ ਕੁਛ ਬਾਈਫਰਕੇਸ਼ਨ ਕੀਤੀ ਗਈ ਕਿ ਕਿੰਨੀਆਂ ਵੂਮੈਨ ਦੀਆਂ ਪੋਸਟ ਨੇ ਜਾਂ ਕਿਹੜੇ ਮਹਿਕਮੇ 'ਚ ਕਿੰਨੀਆਂ ਪੋਸਟਾਂ ਨੇ ਜਾਂ ਕਿਹੜੇ ਕੋਟੇ ਦੀਆਂ ਕਿੰਨੀਆਂ ਪੋਸਟਾਂ ਨੇ, ਸਾਰਾ ਕੁਛ ਬਾਈਫਰਕੇਟ ਕੀਤਾ ਗਿਆ ਹੈ। ਇਹ ਦੇਖਾਂਗੇ ਜੇ ਅਸੀਂ ਇਕੱਲੇ ਨਹੀਂ ਪੜ੍ਹਾਂਗੇ, ਚਲੋ ਆਪਾਂ ਟੋਟਲ ਦੇਖਦੇ ਹਾਂ ਕਿ ਕਿੰਨੀਆਂ ਪੋਸਟਾਂ ਜੋ ਔਰਤਾਂ ਲਈ ਨੇ ਜਾਂ ਜਿਵੇਂ ਵੀ। ਸੋ ਇਹ ਅਲੱਗ ਕੈਟਾਗਰੀ ਦੇ ਹਿਸਾਬ ਨਾਲ ਦੱਸਿਆ ਗਿਆ। ਜਿਵੇਂ ਕਿ ਟੋਟਲ ਆਪਾਂ ਗੱਲ ਕਰੀਏ ਤਾਂ ਜਨਰਲ ਕੈਟਾਗਰੀ ਦੀਆਂ ਜਨਰਲ ਮੇਲ ਜਾਂ ਫੀਮੇਲ ਦੀਆਂ ਜੋ ਇੱਥੇ ਟੋਟਲ ਜਿਹੜਾ 51 ਪੋਸਟਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ। ਇਸ ਤਰ੍ਹਾਂ ਵੱਖ ਕੈਟਾਗਰੀ ਦੀਆਂ ਪੋਸਟਾਂ ਨੇ। ਸੋ ਇਹ ਜਿਹੜੀਆਂ ਪੋਸਟਾਂ ਨੇ ਇਹ ਟੋਟਲ ਜਿਹੜਾ ਆਮ ਵਾਇਸ ਬਸ ਮੇਨ ਗੱਲ ਇਹ ਆ ਕਿ ਜੋ ਵੂਮੈਨ ਲਈ 33% ਕੋਟਾ ਜਿਹੜਾ ਸੇਮ ਐਜ਼ ਉੱਥੇ ਉਹੀ ਰੱਖਿਆ ਗਿਆ। ਸੋ ਅਸੀਂ ਗੱਲ ਕਰ ਰਹੇ ਹਾਂ ਕਿ ਇਹ ਜਿਹੜਾ ਇਹ ਜੋ ਮੇਨ ਹੈ ਇਹ 'ਚ ਜੋ ਪੜ੍ਹਨ ਵਾਲੀ ਗੱਲ ਇਹ 'ਚ ਹੈ ਕਿ ਕੀ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਜਾਂ ਸਾਡੀ ਕੀ ਸਾਡੀ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ। ਸੋ ਅਸੀਂ ਇਹ ਦੇਖਦੇ ਹਾਂ ਕਿ ਇਹ 'ਚ ਸਭ ਤੋਂ ਵੱਡੀ ਗੱਲ ਜੋ ਅਸੀਂ ਪਿਛਲੀ ਵੀਡੀਓ 'ਚ ਵੀ ਗੱਲ ਕੀਤੀ ਸੀਗੀ ਕਿ ਟਾਈਪਿੰਗ ਦਾ ਟੈਸਟ ਇਹ 'ਚ ਮਸਟ ਰਹਿਣ ਵਾਲਾ ਹੈ, ਜੋ ਕਲਰਕ ਦੇ ਸਾਰੇ ਪੇਪਰਾਂ 'ਚ ਹੁੰਦਾ ਹੀ ਆ। ਔਰ ਇਹ 'ਚ ਵੀ ਕਲਰਕ ਦਾ ਜਿਹੜਾ ਪੇਪਰ ਆ, ਲੀਗਲ ਕਲਰਕ ਦਾ ਪੇਪਰ ਆ, ਇਹ 'ਚ ਟਾਈਪਿੰਗ ਦੀ ਜਿਹੜੀ ਗੱਲ ਹੈ ਉਹ ਸਭ ਤੋਂ ਵੱਧ ਜੋ ਮੰਨੀ ਜਾ ਰਹੀ ਹੈ। ਟਾਈਪਿੰਗ ਦੀ ਗੱਲ ਜਿਹੜੀ ਆ ਉਹ ਸਭ ਤੋਂ ਵੱਧ ਵਾਰ ਕੀਤੀ ਜਾ ਰਹੀ ਹੈ। ਟਾਈਪਿੰਗ ਇਸ ਪੇਪਰ 'ਚ ਵੀ ਮਸਟ ਹੈ। ਔਰ ਇਹ 'ਚ ਜਿਹੜੀਆਂ ਅਸਾਮੀਆਂ ਦੀ ਗਿਣਤੀ ਜਿਹੜੀ ਲਿਖੀ ਹੋਈ ਕਿ ਪੰਜਾਬ ਸਰਕਾਰ ਵਧਾ ਘਟਾ ਸਕਦੀ ਜਦੋਂ ਮਰਜ਼ੀ। ਔਰ ਇਹ ਜਿਹੜੇ ਕੋਡ ਨੇ, ਜਿਸ ਤਰ੍ਹਾਂ ਪਿਛਲੀ ਵੀਡੀਓ 'ਚ ਵੀ ਗੱਲ ਕੀਤੀ ਸੀ, ਜੋ ਵੀਡੀਓ ਪਾਈ ਗਈ ਹੈ ਪਿਛਲੀ ਆਪਣਾ ਗ੍ਰਾਮ ਸੇਵਕ ਦਾ ਵੀਡੀਓ ਦੇ ਭਰਤੀ ਨੂੰ ਲੈ ਕੇ, ਉਸ 'ਚ ਵੀ ਬੜੀ ਡਿਟੇਲ ਨਾਲ ਆਪਾਂ ਪੜ੍ਹਿਆ ਸੀਗਾ, ਦੇਖਿਆ ਸੀਗਾ ਕਿ ਜਿਹੜੇ ਕੈਟਾਗਰੀ ਕੋਡ ਨੇ ਇਹਨਾਂ ਨੂੰ ਬਹੁਤ ਇਸ ਵਾਰ ਧਿਆਨ 'ਚ ਰੱਖਣ ਦੀ ਲੋੜ ਹੈ, ਕਿਉਂਕਿ ਇਹਨਾਂ ਨੇ ਸਪੈਸ਼ਲ ਮੈਂਸ਼ਨ ਕੀਤਾ ਹੈ ਕਿ ਤੁਹਾਡਾ ਕੈਟਾਗਰੀ ਕੋਡ ਜਿਹੜਾ ਉਹ ਕਿਸੇ ਵੀ ਹਾਲਤ 'ਚ ਜਿਹੜਾ ਉਹ ਬਦਲਿਆ ਨਹੀਂ ਜਾਏਗਾ। ਜੋ ਤੁਸੀਂ ਇੱਕ ਵਾਰੀ ਕੈਟਾਗਰੀ ਕੋਡ ਭਰ ਦਿੱਤਾ ਜਾਂ ਜੋ ਵੀ ਤੁਸੀਂ ਇੱਕ ਵਾਰੀ ਭਰ ਦਿੱਤਾ ਗਿਆ ਤੁਹਾਡਾ ਫਾਰਮ ਦੇ ਵਿੱਚ ਨਾਮ, ਫਾਦਰ ਨੇਮ, ਜੋ ਵੀ ਬਹੁਤ ਧਿਆਨ ਨਾਲ ਭਰਨਾ ਹੈ। ਉਹ ਕਦੇ ਵੀ ਉਹ 'ਚ ਤਬਦੀਲੀ ਨਹੀਂ ਹੋ ਸਕਦੀ। ਸੋ ਬਾਅਦ 'ਚ ਉਹਦੀ ਜ਼ਿੰਮੇਵਾਰ ਆਪਾਂ ਹੋਵਾਂਗੇ। ਸੋ ਇਸ ਗੱਲ ਦਾ ਪੂਰਾ ਧਿਆਨ ਰੱਖਣਾ। ਔਰ ਤਨਖਾਹ ਭੱਤੇ ਦੀ ਜਿਹੜੀ ਉਹ C ਗ੍ਰੇਡ ਦੀ ਪੋਸਟ ਹੈ 19,900 ਜਿਹੜਾ ਉਹ ਇਹਦਾ ਪੇ ਸਕੇਲ ਹੈ। ਸੋ ਮੇਨ ਅਤੇ ਮੁੱਖ ਗੱਲ ਅਸੀਂ ਦੇਖਦੇ ਹਾਂ ਕਿ ਸਾਡੀ ਕੀ ਐਲੀਜੀਬਿਲਿਟੀ, ਕੀ ਅਸੀਂ ਐਲੀਜੀਬਲ ਹਾਂ ਲੀਗਲ ਕਲਰਕ ਵਾਸਤੇ, ਕੀ ਇਹਦੀ ਐਲੀਜੀਬਿਲਿਟੀ ਹੈ। ਸੋ ਉਹ ਦੇਖਦੇ ਹਾਂ ਕਿ ਪਹਿਲੀ ਗੱਲ ਜਿਹੜੀ ਹੈ ਉਹ ਪਹਿਲਾ ਪੁਆਇੰਟ ਦੇਖਦੇ ਹਾਂ ਕਿ ਉਹ ਬੰਦਾ ਲਾਅ ਗ੍ਰੈਜੂਏਟ ਹੋਣਾ ਚਾਹੀਦਾ ਹੈ। ਜਿਵੇਂ ਕਿ BA LLB ਜਿਹੜੀ ਹੈ ਉਹ ਹੋਣੀ ਚਾਹੀਦੀ, ਉਹਦੀ ਜੋ ਬੈਚਲਰ ਆਫ ਜੋ ਲਾਅ ਹੋਣਾ ਚਾਹੀਦਾ ਉਹਦਾ। ਮੇਨ ਵੱਡੀ ਗੱਲ ਇਹ ਹੈ ਕਿ ਤੁਹਾਡੀ ਜਿਹੜਾ ਬੰਦਾ ਇਹ ਪੋਸਟ ਨੂੰ ਅਪਲਾਈ ਕਰ ਰਿਹਾ ਉਹਦੀ ਬੈਚਲਰ ਆਫ ਲਾਅ ਹੋਣੀ ਚਾਹੀਦੀ ਹੈ। ਜਿਵੇਂ ਦੇਖ ਰਹੇ ਹਾਂ ਅਸੀਂ ਲਾਅ ਗ੍ਰੈਜੂਏਟ ਹੋਣਾ ਚਾਹੀਦਾ। ਔਰ ਦੂਜੀ ਗੱਲ ਇਹ ਜਿਹੜਾ ਇਹ ਹੋਏਗਾ, ਇਹ ਪੋਸਟ ਜਿਹੜਾ ਉਹ ਕੰਪੀਟੀਸ਼ਨ ਦਾ ਐਗਜ਼ਾਮ ਜਿਹੜਾ ਸਾਡਾ ਆਮ ਹੁੰਦਾ ਹੈ ਉਹ ਐਗਜ਼ਾਮ ਕੁਆਲੀਫਾਈ ਕਰਨਾ ਪਏਗਾ। ਔਰ ਤੀਸਰੀ ਗੱਲ ਜਿਹੜੀ ਹੈ ਉਹ ਜਿੰਨੀ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਉਹਨੂੰ ਕੁਆਲੀਫਾਈ ਕਰਨਾ ਪੈਣਾ ਟਾਈਪਿੰਗ ਟੈਸਟ ਪੰਜਾਬੀ ਅਤੇ ਇੰਗਲਿਸ਼ ਦਾ 30 ਵਰਡ ਪਰ ਮਿੰਟ ਦੀ ਸਪੀਡ ਨਾਲ ਉਹਨੂੰ ਜਿਹੜਾ ਟਾਈਪਿੰਗ ਟੈਸਟ ਉਹ ਦੇਣਾ ਪੈਣਾ।
ਤੇ ਉਦੋਂ ਬਾਅਦ ਜਿਹੜੀ ਵੱਡੀ ਗੱਲ ਇਹ ਆ ਵੀ ਜਿਹੜੀ ਪਿਛਲੇ ਜਿਹੜੀ ਕੱਲ੍ਹ ਭਰਤੀ ਜਿਹੜੀ ਕੱਲ੍ਹ ਜਿਹੜੀ ਨੋਟੀਫਿਕੇਸ਼ਨ ਆਊਟ ਹੋਇਆ ਵੀਡੀਓ ਦਾ, ਸੋ ਉਹਦੇ ਜੋ ਅੰਡਰ ਜਿਹੜਾ ਇੱਕ ਲੁਕੋ ਰੱਖਿਆ P++B ਨੇ, ਉਹ ਇਹਦੇ ਵਿੱਚ ਬਿਲਕੁਲ ਕਲੀਅਰ ਕੀਤਾ ਹੋਇਆ ਕਿ ਤੁਸੀਂ ਜਿਹੜਾ 120 ਘੰਟਿਆਂ ਦਾ ਸਰਟੀਫਿਕੇਟ ਤੁਹਾਡੇ ਹੈਂਡ 'ਚ ਹੋਣਾ ਚਾਹੀਦਾ ਹੈ ਅਤੇ ਉਹ ISO ਤੋਂ ਸਰਟੀਫਾਈਡ ਹੋਵੇ ਤਾਂ ਵੀ ਚੱਲੇਗਾ। ਔਰ ਦੂਜਾ ਜਿਹੜਾ ਗੌਰਮੈਂਟ ਦੇ DOE SSC ਸੈਂਟਰ ਚੱਲਦੇ ਨੇ ਉਹ ਤੋਂ ਅਗਰ ਸਰਟੀਫਾਈ ਹੋਏਗਾ ਤਾਂ ਉਹ ਵੀ ਜਿਹੜਾ ਉਹ ਸਰਟੀਫਿਕੇਟ ਉਹ ਚੱਲੇਗਾ, ਉਹ ਲੈਵਲ ਦਾ ਸਰਟੀਫਿਕੇਟ। ਸੋ ਇਹ ਗੱਲ 'ਚ ਮੇਨ ਵੇਖਣ ਵਾਲੀ ਸੀਗੀ। ਸੋ ਅੱਗੇ ਗੱਲ ਕਰਦੇ ਹਾਂ ਕਿ ਜਿਹੜੀਆਂ ਏਜ ਦੀ ਸਾਨੂੰ ਪਤਾ ਹੈ ਕਿ 18 ਤੋਂ ਲੈ ਕੇ 37 ਸਾਲ ਦੀ ਏਜ ਹੋਣੀ ਚਾਹੀਦੀ ਹੈ। ਅਗਰ ਤੁਹਾਡੀ ਪਛੜੀ ਸ਼੍ਰੇਣੀ BC ਕੈਟਾਗਰੀ ਹੈ ਜਾਂ SC ਕੈਟਾਗਰੀ ਹੈ ਤਾਂ ਉਹ 42 ਸਾਲ ਦੀ ਉਮਰ ਚੱਲੇਗੀ। ਸੋ ਇਹ ਚੀਜ਼ਾਂ ਸਾਰੀਆਂ ਇਹ 'ਚ ਦਿੱਤੀਆਂ ਹੋਈਆਂ ਨੇ। ਔਰ ਅਗਰ ਕੋਈ ਡਿਸੇਬਲਡ ਹੈ ਤਾਂ 47 ਸਾਲ ਦੀ ਏਜ ਤੱਕ ਹੋਏਗਾ। ਔਰ ਰਾਖਵਾਂਕਰਨ ਜਿਵੇਂ ਅਸੀਂ ਹਰ ਪੋਸਟ 'ਚ ਦੇਖਦੇ ਹਾਂ ਕਿ ਪੰਜਾਬ ਦੇ ਵਸਨੀਕਾਂ ਵਾਸਤੇ ਹੋਏਗਾ। ਅਗਰ ਕੋਈ ਬਾਹਰੋਂ ਭਰਦਾ ਹੈ ਤਾਂ ਉਹਦੇ ਲਈ ਜੋ ਹੈ ਉਹ ਜਨਰਲ ਕੈਟਾਗਰੀ 'ਚ ਗਿਣਿਆ ਜਾਏਗਾ। ਔਰ ਵੱਡੀ ਅਤੇ ਮੁੱਖ ਗੱਲ ਇੱਕ ਹੋਰ ਜਿਹੜੀ ਹੈ ਉਹ ਇਹ ਹੈ ਕਿ ਇਸ ਵਾਰੀ ਡੋਮਿਸਾਈਲ ਪੰਜਾਬ ਡੋਮਿਸਾਈਲ ਦਾ ਸਰਟੀਫਿਕੇਟ ਜਿਹੜਾ ਉਹ ਹਰ ਪੋਸਟ 'ਚ ਮੰਗਿਆ ਜਾ ਰਿਹਾ ਹੈ ਕਿ ਤੁਹਾਡਾ 5 ਸਾਲ ਤੋਂ ਪੁਰਾਣਾ ਸਰਟੀਫਿਕੇਟ ਨਹੀਂ ਹੋਣਾ ਚਾਹੀਦਾ। ਔਰ ਜੋ ਫੀਸ ਸੰਬੰਧੀ ਅਗਰ ਅਸੀਂ ਗੱਲ ਕਰੀਏ ਤਾਂ ਫੀਸ ਜਿਹੜੀ ਆਮ ਜਨਰਲ ਕੈਟਾਗਰੀ ਦੀ ਜਿਹੜੀ ਫੀਸ ਹੈ ਉਹ 1000 ਰੁਪਇਆ। ਔਰ SC ਜਿਹੜੀ BC ਦੀ ਫੀਸ ਹੈ ਉਹ 250 ਰੁਪਇਆ। ਔਰ ਸਾਬਕਾ ਫੌਜੀ ਐਕਸ ਸਰਵਿਸਮੈਨ ਅਤੇ ਉਹ 200 ਰੁਪਇਆ। ਔਰ ਅੰਗਹੀਣ 500 ਰੁਪਇਆ ਫੀਸ ਜਿਹੜੀ ਹੈ ਉਹ ਰੱਖੀ ਗਈ ਹੈ। ਔਰ ਜਿਹੜੀ ਜੋ ਮੇਨ ਗੱਲ ਅਸੀਂ ਕਰਨ ਜਾ ਰਹੇ ਹਾਂ ਹੁਣ ਕਿ ਚੋਣ ਵਿਧੀ ਹੈ ਉਹ ਕਿਵੇਂ ਰਹੇਗੀ, ਕੀ 2 ਪੇਪਰ ਹੋਣਗੇ ਜਾਂ 1 ਪੇਪਰ ਹੋਏਗਾ। ਸੋ ਇਸ ਲਈ ਗੱਲ ਕਰ ਰਹੇ ਹਾਂ ਅਤੇ ਉਹ 'ਚ ਲਿਖਿਆ ਹੈ ਕਿ ਸਭ ਤੋਂ ਪਹਿਲੀ ਗੱਲ ਓਬਜੈਕਟਿਵ ਟਾਈਪ ਜਿਵੇਂ ਅਸੀਂ ਹਰ ਪੇਪਰ ਦੇਖਦੇ ਹਾਂ ਪੇਪਰ ਹੋਏਗਾ ਔਰ 40% ਨੰਬਰ ਜਿਹੜੇ ਨੇ ਉਹ ਲੈਣੇ ਮਸਟ ਹੋਣਗੇ। ਜਿਵੇਂ ਪਹਿਲਾਂ ਪੇਪਰ ਹੋਏ ਨੇ ਉਸੇ ਤਰ੍ਹਾਂ 120 ਨੰਬਰ ਦਾ ਪੇਪਰ ਹੋਏਗਾ ਔਰ ਉਹ 'ਚੋਂ 48 ਨੰਬਰ ਲੈਣੇ ਤੁਹਾਨੂੰ ਮਸਟ ਹੋਣਗੇ। ਔਰ ਲਿਖਤੀ ਜਿਹੜੇ ਪਾਸ ਹੋਣਗੇ ਲਿਖਤੀ ਇਹ 'ਚੋਂ ਅਗਲਾ ਪ੍ਰੋਸੀਜਰ ਹੋਏਗਾ ਕਿ ਉਸ ਤੋਂ ਬਾਅਦ ਲਿਖਤੀ ਪ੍ਰੀਖਿਆ ਵਾਲਿਆਂ ਦਾ ਜੋ ਰਿਜ਼ਲਟ ਆਏਗਾ ਉਹਨਾਂ 'ਚੋਂ 10 ਪੋਸਟਾਂ ਦੀ ਗਿਣਤੀ ਦੇ ਹਿਸਾਬ ਨਾਲ 10 ਗੁਣਾ ਜਿਹੜੇ ਬੰਦੇ ਬੁਲਾਏ ਜਾਣਗੇ ਔਰ ਉਹਨਾਂ ਨੂੰ ਇੰਗਲਿਸ਼ ਔਰ ਪੰਜਾਬੀ ਦਾ ਟਾਈਪਿੰਗ ਟੈਸਟ ਲਿਆ ਜਾਏਗਾ। ਔਰ ਟਾਈਪਿੰਗ ਟੈਸਟ ਵਿੱਚ 30 ਵਰਡ ਪਰ ਮਿੰਟ ਦੀ ਸਪੀਡ ਜਿਹੜੀ ਹੈ 30 ਵਰਡ ਪ੍ਰਤੀ ਮਿੰਟ ਦੇ ਹਿਸਾਬ ਨਾਲ ਤੁਹਾਨੂੰ ਜਿਹੜਾ ਰਾਵੀ ਫੌਂਟ ਦੇ ਵਿੱਚ ਟਾਈਪਿੰਗ ਦਾ ਟੈਸਟ ਲਿਆ ਜਾਂਦਾ ਹੈ ਅਤੇ ਉਹਦੇ 'ਚ ਉਹ 'ਚੋਂ ਤੁਹਾਨੂੰ ਪਾਸ ਕਰਨਾ ਹੋਏਗਾ ਭਾਵੇਂ ਤੁਹਾਡੇ ਨੰਬਰ 119 ਕਿਉਂ ਨਾ ਹੋਣ। ਅਗਰ ਤੁਹਾਡਾ ਟਾਈਪਿੰਗ ਟੈਸਟ ਕਲੀਅਰ ਨਹੀਂ ਹੁੰਦਾ ਤਾਂ ਤੁਸੀਂ ਡਿਸਕੁਆਲੀਫਾਈ ਮੰਨੇ ਜਾਓਗੇ। ਸੋ ਬਾਕੀ ਦੂਜੀ ਗੱਲ ਇਹ ਹੈ ਕਿ ਤੁਹਾਡੇ ਟਾਈਪਿੰਗ ਟੈਸਟ ਅਗਰ ਕਲੀਅਰ ਕਰਦੇ ਹੋ, ਕਿਸੇ ਦੀ 45 ਦੀ ਸਪੀਡ ਵੀ ਹੋਵੇ, ਕਿਸੇ ਦੀ 40 ਦੀ 50 ਦੀ ਸਪੀਡ ਵੀ ਹੋਵੇ, ਉਹਦਾ ਕੋਈ ਮੈਟਰ ਨਹੀਂ ਕਰਦਾ। ਸਿਰਫ ਇਹ ਟੈਸਟ ਤੁਹਾਡਾ ਜਿਵੇਂ ਤੀਜਾ ਪੁਆਇੰਟ ਲਿਖਿਆ ਕਿ ਇਹ ਕੰਪਿਊਟਰ 'ਤੇ ਲਿਆ ਜਾਵੇਗਾ ਅਤੇ ਰਾਵੀ ਫੌਂਟ 'ਚ ਹੋਏਗਾ ਅਤੇ ਇਹ ਟੈਸਟ ਜਿਹੜਾ ਹੈ ਉਹ ਕੁਆਲੀਫਾਇੰਗ ਨੇਚਰ ਹੋਏਗਾ। ਇਹਨੂੰ ਤੁਸੀਂ ਕੁਆਲੀਫਾਈ ਕਰਨਾ। ਸਿਰਫ 30 ਵਰਡ ਦੀ ਸਪੀਡ ਤੁਹਾਡੀ ਹੋਊਗੀ, 31 ਦੀ ਹੋਏ, 32 ਦੀ ਹੋਏ, 35 ਦੀ ਹੋਏ, ਉਹ ਕੋਈ ਮਾਇਨੇ ਨਹੀਂ ਰੱਖਦਾ। ਤੁਸੀਂ ਸਿਰਫ 30 ਵਰਡ ਪਰ ਮਿੰਟ ਦੀ ਤੁਹਾਡੀ ਸਪੀਡ ਹੋਣੀ ਚਾਹੀਦੀ ਹੈ ਪਲੱਸ 92% ਐਕੂਰੇਸੀ ਹੋਣੀ ਚਾਹੀਦੀ ਹੈ। ਉਹੀ ਮਾਇਨੇ ਰੱਖਦੀ ਹੈ। ਉਹਦਾ ਮਤਲਬ ਭਾਵੇਂ ਤੁਹਾਡਾ ਸਪੀਡ 50 ਦੀ 70 ਦੀ ਕੋਈ ਮਾਇਨੇ ਨਹੀਂ ਰੱਖਦੀ। ਤੁਹਾਨੂੰ ਸਿਰਫ ਕੁਆਲੀਫਾਈ ਕਰਨਾ, ਸਿਰਫ ਟੈਸਟ ਸਿਰਫ ਪਾਸ ਕਰਨਾ। ਅਤੇ ਉਸ ਤੋਂ ਬਾਅਦ ਕੀ ਹੋਏਗਾ ਜਦੋਂ ਤੁਹਾਡਾ ਟਾਈਪਿੰਗ ਟੈਸਟ ਹੋ ਜਾਂਦਾ ਅਤੇ ਉਸ ਤੋਂ ਬਾਅਦ ਫਿਰ ਤੁਹਾਡੀ ਇੱਕ ਲਿਸਟ ਛਾਂਟੀ ਜਾਏਗੀ ਕਿ ਟੈਸਟ ਜਿਹੜੇ ਮੰਨ ਲਓ 10,000 ਬੰਦਾ ਬੁਲਾਇਆ ਗਿਆ ਤਾਂ ਉਹਦੇ 'ਚੋਂ ਜਿੰਨੇ ਬੰਦਿਆਂ ਨੇ ਟਾਈਪਿੰਗ ਟੈਸਟ ਕਲੀਅਰ ਕੀਤਾ ਉਹਨਾਂ 'ਚੋਂ ਜਿਹੜੇ ਪਹਿਲੇ 283 ਬੰਦੇ ਹੋਣਗੇ ਉਹ ਕੈਟਾਗਰੀ ਵਾਈਜ਼ ਜਿਹੜੇ ਨੇ ਉਹਨਾਂ ਨੂੰ ਜਿਹੜੀ ਉਹ ਪੋਸਟ ਦੇ ਦਿੱਤੀ ਜਾਣੀ ਹੈ। ਸੋ ਇਹ ਸਾਰੀ ਜਾਣਕਾਰੀ ਜਿਹੜੀ ਹੈ ਇਸ ਨੋਟੀਫਿਕੇਸ਼ਨ ਦਿੱਤੀ ਗਈ ਹੈ। ਸੋ ਟੈਸਟ ਦੀ ਜਿਹੜੀ ਡਿਟੇਲ ਹੈ ਵੀ ਕਿੰਨਾ ਪੇਪਰ 'ਚ ਕੀ ਸਿਲੇਬਸ ਹੋਏਗਾ ਉਹ ਇਹਨਾਂ ਨੇ ਲਿਖਿਆ ਹੋਇਆ ਕਿ ਥੋੜ੍ਹੇ ਦਿਨਾਂ ਦੇ ਵਿੱਚ ਜੋ 1-2 ਦਿਨ ਦੇ ਵਿੱਚ ਜੋ ਉਹ ਅਪਲੋਡ ਕਰ ਦਿੱਤਾ ਜਾਏਗਾ। ਔਰ ਅਪਲਾਈ ਕਰਨ ਦੀ ਜਿਹੜੀ ਵਿਧੀ ਹੈ ਉਹ ਅਸੀਂ ਦੇਖ ਲੈਂਦੇ ਹਾਂ ਇੱਕ ਵਾਰੀ ਕਿ ਅਪਲਾਈਜ਼ ਜਿਹੜਾ P++B ਸਾਈਟ 'ਤੇ ਹੀ ਅਪਲਾਈ ਕੀਤਾ ਜਾਣਾ। ਤੁਸੀਂ ਆਪਣੇ ਸਾਰੇ ਸਰਟੀਫਿਕੇਟਸ ਨੇ ਜਿਹੜੇ ਉਹ ਅਪਲੋਡ ਉੱਤੇ ਹੀ ਕਰਨੇ ਨੇ। ਔਰ ਇੱਥੇ ਲਿਖਿਆ ਵੀ ਹੋਇਆ ਕਿ ਕੀ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਜ਼ਰੂਰੀ ਹੋਣਗੀਆਂ ਸੀ। ਹਾਂ, ਜੋ ਸਬਮਿਟ ਕਰਨ ਤੋਂ ਪਹਿਲਾਂ ਇੱਕ ਵਾਰੀ ਇਹਨਾਂ ਨੇ ਲਿਖਿਆ ਹੋਇਆ ਸਪੈਸ਼ਲ ਕਿ ਸਬਮਿਟ ਕਰਨ ਤੋਂ ਪਹਿਲਾਂ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਚੰਗੀ ਤਰ੍ਹਾਂ ਜਾਂਚ ਲਵੋ ਤਾਂ ਕਿ ਤੁਸੀਂ ਮਤਲਬ ਕੋਈ ਵੀ ਜਾਣਕਾਰੀ ਇਹੋ ਜਿਹੀ ਨਾ ਗਲਤ ਭਰੋ ਤਾਂ ਕਿ ਤੁਸੀਂ ਕੋਈ ਕੈਟਾਗਰੀ ਕੋਡ ਨਾ ਗਲਤ ਭਰ ਲਓ ਜਾਂ ਤੁਹਾਡਾ ਨਾਮ 'ਚ ਕੋਈ ਦਿੱਕਤ ਨਾ ਰਹਿ ਜਾਵੇ। ਉਹ ਸਾਰਾ ਕੁਛ ਤੁਸੀਂ ਇੱਕ ਵਾਰੀ ਸਬਮਿਟ ਕਰਨ ਤੋਂ ਪਹਿਲਾਂ ਧਿਆਨ ਨਾਲ ਦੇਖ ਲਓ। ਅਤੇ ਔਨਲਾਈਨ ਫੀਸ ਦਾ ਜਿਹੜਾ ਪ੍ਰੋਸੈਸ ਫੀਸ ਤੁਹਾਡੀ ਔਨਲਾਈਨ ਭਰੀ ਜਾਣੀ ਹੈ ਜਿਵੇਂ ਪਹਿਲਾਂ ਵੀ ਅਸੀਂ ਦੇਖਦੇ ਹੀ ਹਾਂ ਹਮੇਸ਼ਾ ਹੀ। ਸੋ ਜੋ ਅੱਗੇ ਅਸੀਂ ਦੇਖਦੇ ਹਾਂ। ਅੱਛਾ, ਇੱਥੇ ਇੱਕ ਚੀਜ਼ ਹੋਰ ਸੀਗੀ ਜੋ ਸਾਨੂੰ ਕੀ ਚੀਜ਼ਾਂ ਚਾਹੀਦੀਆਂ ਹੋਣਗੀਆਂ ਅਸੀਂ ਹੁਣੇ ਦੇਖਦੇ ਹਾਂ। ਸੂਚਨਾ, ਹਾਂ, ਇਹ ਲਿਖਿਆ ਉਮੀਦਵਾਰ ਕਾਉਂਸਲਿੰਗ ਸਮੇਂ ਕਾਉਂਸਲਿੰਗ ਤੋਂ ਚਲੋ ਦੂਰ ਦੀ ਗੱਲ ਆ ਗਈ ਅਜੇ। ਅਸੀਂ ਇੱਕ ਹੋਰ ਚੀਜ਼ ਦੇਖਦੇ ਹਾਂ ਇੱਥੇ ਜੋ ਅਪਲੋਡ ਕਰਨ ਟਾਈਮ ਸਾਨੂੰ ਆਪਣੀਆਂ ਫੋਟੋਜ਼ ਜਾਂ ਉਹ ਅਪਲੋਡ ਕਰਨਾ ਪੈਣਾ। ਹਾਂ, ਜੋ ਇਹ ਦੇਖਦੇ ਹਾਂ ਚੌਥਾ ਨੰਬਰ ਪੁਆਇੰਟ ਜਿਹੜਾ ਉਹ ਅਗਰ ਅਸੀਂ ਦੇਖੀਏ ਤਾਂ ਇਹ 'ਚ ਲਿਖਿਆ ਹੋਇਆ ਕਿ ਉਮੀਦਵਾਰ ਔਨਲਾਈਨ ਐਪਲੀਕੇਸ਼ਨ ਫੋਰਮ ਭਰਨ ਸਮੇਂ ਆਪਣੀ ਪਾਸਪੋਰਟ ਸਾਈਜ਼ ਫੋਟੋਗ੍ਰਾਫ, ਹਸਤਾਖਰ ਅਤੇ ਲੋੜੀਂਦੇ ਵਿਦਿਅਕ ਯੋਗਤਾ ਜਿਵੇਂ ਕਿ ਮੈਟ੍ਰਿਕ ਦਾ ਜਨਮ ਮਿਤੀ ਵਾਲਾ ਸਰਟੀਫਿਕੇਟ, ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਕੰਪਿਊਟਰ ਯੋਗਤਾ
ਅਤੇ ਕੈਟਾਗਰੀ ਨਾਲ ਸੰਬੰਧਿਤ ਸਰਟੀਫਿਕੇਟ ਸਕੈਨ ਕਰਕੇ ਅਪਲੋਡ ਕਰਨਗੇ। ਇਹਨਾਂ ਦਸਤਾਵੇਜ਼ਾਂ ਨੂੰ ਅਪਲੋਡ ਕਰਨ ਸਮੇਂ ਮੁਕੰਮਲ ਹੋਣ 'ਤੇ ਹੀ ਸਬਮਿਟ ਮੰਨਿਆ ਜਾਏਗਾ। ਤੁਸੀਂ ਆਪਣੇ ਸਰਟੀਫਿਕੇਟ ਜਿਹੜੇ ਨੇ ਉਹ ਅਪਲੋਡ ਕਰਨੇ ਨੇ ਔਰ ਉਹੀ ਸਰਟੀਫਿਕੇਟ ਤੁਹਾਡੇ ਜਿਹੜੇ ਨੇ ਉਹ ਡਾਕੂਮੈਂਟ ਵੈਰੀਫਿਕੇਸ਼ਨ ਟਾਈਮ ਚੈੱਕ ਕੀਤੇ ਜਾਣੇ ਨੇ। ਸੋ ਇਹ ਦੋਸਤੋ ਜਿਹੜੀ ਪੂਰੀ ਦੀ ਪੂਰੀ ਜਾਣਕਾਰੀ ਹੈ ਲੀਗਲ ਕਲਰਕ ਦੇ ਪੇਪਰ ਲਈ। ਸੋ ਬਹੁਤ ਬਹੁਤ ਮੁਬਾਰਕਾਂ ਜਿਹੜੇ ਇਸ ਲਈ ਐਲੀਜੀਬਲ ਨੇ ਔਰ ਬਹੁਤ ਬਹੁਤ ਉਹਨਾਂ ਨੂੰ ਬੈਸਟ ਆਫ ਲੱਕ ਵੀ ਕਿ ਉਹ ਤਿਆਰੀ ਕਰਨ। ਅਤੇ ਇਸ 283 ਪੋਸਟਾਂ ਕਾਫੀ ਵੱਡਾ ਕਾਊਂਟ ਹੈ ਕਿਉਂਕਿ LLB ਦੇ ਜਵਾਕ LLB ਦੇ ਬੱਚੇ ਬਹੁਤ ਜ਼ਿਆਦਾ ਲਿਮਿਟਡ ਹੁੰਦੇ ਨੇ। ਸੋ ਇਸ ਕਰਕੇ ਬਹੁਤ ਵਧੀਆ ਮੌਕਾ ਆ। ਸੋ ਵੱਧ ਤੋਂ ਵੱਧ ਬੈਸਟ ਆਫ ਲੱਕ ਸਾਰੇ ਬੱਚਿਆਂ ਨੂੰ ਔਰ ਪੜ੍ਹੋ ਔਰ ਬੈਸਟ ਆਫ ਲੱਕ ਤੁਹਾਨੂੰ ਪਰਮਾਤਮਾ ਬਹੁਤ ਵਧੀਆ ਨੌਕਰੀ ਦੇਵੇ ਔਰ ਥੈਂਕ ਯੂ ਵੈਰੀ ਮੱਚ। ਸੋ ਮੈਂ ਲਾਸਟ 'ਚ ਕਹਿਣਾ ਚਾਹਾਂਗਾ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਜਿਹੜੀ ਵੀਡੀਓਜ਼ ਦੀ ਜਾਣਕਾਰੀ ਹੈ ਤੁਹਾਨੂੰ ਮਿਲਦੀ ਰਹੇ ਔਰ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ 'ਚ ਮਿਲਦਾ ਰਹੇ ਕਿ ਹਾਂ ਕਿਹੜੀ ਵੀਡੀਓ ਅਪਲੋਡ ਹੋਈ ਆ। ਅਸੀਂ ਤੁਹਾਨੂੰ ਨਵੀਂ ਜਾਣਕਾਰੀ ਆਉਣ ਵਾਲੀਆਂ ਪੋਸਟਾਂ ਦੇ ਬਰਾਬਰ ਦਿੰਦੇ ਰਹਾਂਗੇ ਔਰ ਇਸ ਚੈਨਲ 'ਤੇ ਪੜ੍ਹਾਉਣ ਦੇ ਵੀ ਲੈਕਚਰ ਜਿਹੜੇ ਨੇ ਉਹ ਅਪਲੋਡ ਕੀਤੇ ਜਾਣਗੇ ਇੱਕ ਦੋ ਦਿਨ ਦੇ ਵਿੱਚ ਤਾਂ ਕਿ ਜਿਹੜੇ ਬੱਚੇ ਮਿਹਨਤੀ ਨੇ ਔਰ ਬਹੁਤ ਸਿੰਪਲ ਅਤੇ ਸਰਲ ਤਰੀਕੇ ਨਾਲ ਜਿਹੜਾ ਉਹ ਪੜ੍ਹਾਇਆ ਜਾਏਗਾ। ਸੋ ਬਹੁਤ ਬਹੁਤ ਧੰਨਵਾਦ। ਥੈਂਕ ਯੂ।